ਪ੍ਰਸਿੱਧ ਕਹਾਣੀਕਾਰ ਸਰਦਾਰ ਤਲਵਿੰਦਰ ਸਿੰਘ ਹੋਰਾਂ ਦੁਆਰਾ ਲਿਖੀ ਹੋਈ ਕਹਾਣੀ ਹੈ ਵਾਰਸ। ਬਾਪੂ ਦੇ ਮੰਜੇ ਕੋਲ ਬੈਠਾ ਜਿਵੇਂ ਮੂਲੋਂ ਹੀ ਟੁੱਟ ਗਿਆ ਸਾਂ ਮੈਂ। ਮੇਰੇ ਕੋਲ ਬੈਠੇ ਦੋ ਗੁਆਂਢੀ ਵੀ ਬੜੀ ਉਦਾਸੀ ਵਿੱਚ ਸਨ। ਵਰਮਾ ਹਾਲੇ ਤੱਕ ਨਹੀਂ ਸੀ ਮੁੜਿਆ। ਪਤਾ ਨਹੀਂ ਟੈਲੀਫੋਨ ਮਿਲੇ ਹੋਣ ਜਾਂ ਨਾ। ਘੱਟੋ ਘੱਟ ਭੈਣਾਂ ਨੂੰ ਤਾਂ ਸਮੇਂ ਸਿਰ ਆ ਹੀ ਜਾਣਾ ਚਾਹੀਦਾ। ਜਸਬੀਰ ਦੇ ਘਰ ਨਾ ਹੋਣ ਨੇ ਇੱਕ ਅਜੀਬ ਜਿਹਾ ਖਲਾਅ ਪੈਦਾ ਕੀਤਾ ਹੋਇਆ ਸੀ। ਮੇਰਾ ਮਨ ਦੁਖੀ ਸੀ ਤੇ ਬੇਚੈਨ ਵੀ। ਦਿਮਾਗ ਕੋਈ ਸਪਸ਼ਟ ਨਿਰਣਾ ਲੈਣੋਂ ਅਸਮਰੱਥ ਸੀ। ਇਹ ਸਭ ਕੁਝ ਕਿਵੇਂ ਭੁਗਤੇਗਾ? ਇਹੀ ਸਵਾਲ ਬਾਰ-ਬਾਰ ਮੇਰੇ ਅੰਦਰ ਉੱਠ ਰਿਹਾ ਸੀ। ਵਰਮੇ ਨੂੰ ਇਸ ਸਮੇਂ ਤੱਕ ਪਹੁੰਚ ਜਾਣਾ ਚਾਹੀਦਾ ਸੀ। ਉਸੇ ਨੂੰ ਤਾਂ ਮੈਂ ਮੁਹੱਲੇ 'ਚ ਸਭ ਤੋਂ ਨੇੜੇ ਮਹਿਸੂਸ ਕਰਦਾ ਸਾਂ। ਇਹ ਦੋਵੇਂ ਸੱਜਣ ਜੋ ਇਸ ਵੇਲੇ ਮੇਰੇ ਕੋਲ ਬੈਠੇ ਸਨ, ਮੇਰੇ ਇੰਨਾ ਨਜ਼ਦੀਕ ਨਹੀਂ ਸਨ ਕਿ ਸਲਾਹ ਵਰਗੀ ਕੋਈ ਗੱਲ ਉਹਨਾਂ ਨਾਲ ਕੀਤੀ ਜਾ ਸਕਦੀ। ਮੇਰੀ ਘਬਰਾਹਟ ਤੇ ਬੇਚੈਨੀ ਵੱਧ ਰਹੀ ਸੀ। ਕਿੰਨੀ ਤੇਜ਼ੀ ਨਾਲ ਸਾਰੀ ਘਟਨਾ ਵਾਪਰ ਗਈ ਸੀ। ਹਾਲੇ ਵੀ ਯਕੀਨ ਨਹੀਂ ਸੀ ਬੱਝ ਰਿਹਾ। ਬਾਪੂ ਦਾ ਨਿਤਨੇਮ ਭੰਗ ਹੋਇਆ ਵੇਖ ਮੈਨੂੰ ਸਵੇਰੇ ਅਜੀਬ ਜਿਹਾ ਤਾਂ ਲੱਗਾ ਸੀ, ਪਰ ਇਸ ਗੱਲ ਦਾ ਤਾਂ ਉੱਕਾ ਅੰਦੇਸ਼ਾ ਨਹੀਂ ਸੀ। ਅੱਜ ਉਹ ਚੁੱਪ-ਚਾਪ ਉੱਠ ਕੇ ਬੈਠ ਗਿਆ ਸੀ। ਉਹਦੇ ਚਿਹਰੇ 'ਤੇ ਨਿੱਤ ਵਰਗੀ ਸ਼ਾਂਤੀ ਤੇ ਤਾਜ਼ਗੀ ਨਹੀਂ ਸੀ। ਉਹਦਾ ਮੱਥਾ ਚਿੰਤਾਗ੍ਰਸਤ ਤੇ ਅੱਖਾਂ ਉਦਾਸ ਸਨ। ਨਿੱਤ ਵਾਂਗ ਉਹਨੇ ਡਰਾਇੰਗ ਰੂਮ ਦੀ ਸਾਹਮਣੀ ਕੰਧ 'ਤੇ ਲੱਗੀ ਬਾਬੇ ਨਾਨਕ ਦੀ ਤਸਵੀਰ ਵੱਲ ਵੇਖ ਕੇ ਤੇ ਹੱਥ ਜੋੜ ਕੇ ਸਿਰ ਵੀ ਨਹੀਂ ਸੀ ਨਿਵਾਇਆ, ਸਗੋਂ ਕਿੰਨੇ ਚਿਰ ਪੱਖੇ ਦੀ ਹਵਾ ਨਾਲ ਡੋਲਦੇ ਦਰਵਾਜ਼ੇ ਦੇ ਪਰਦੇ ਨੂੰ ਉਹ ਵੇਖਦਾ ਰਿਹਾ ਸੀ। ਮੈਨੂੰ ਬਾਪੂ ਦੇ ਤੰਦਰੁਸਤ ਨਾ ਹੋਣ ਬਾਰੇ ਸ਼ੱਕ ਹੋਇਆ ਸੀ। ਰਾਤੀ ਉਹਨੂੰ ਕਿੰਨੀ ਹੀ ਵਾਰ ਖੰਘ ਛਿੜੀ ਸੀ। ਇੱਕ ਦੋ ਵਾਰ ਉਹ ਡੋਲਦਾ ਹੋਇਆ ਬਾਹਰ ਥੁੱਕਣ ਵੀ ਗਿਆ ਸੀ ਤੇ ਮੈਨੂੰ ਲੱਗਾ ਸੀ ਕਿ ਉਹਦੀ ਤਬੀਅਤ ਜ਼ਿਆਦਾ ਢਿੱਲੀ ਹੈ। ਮੈਂ ਬਾਲਟੇ 'ਚ ਰੇਤ ਪਾ ਕੇ ਉਹਦੇ ਮੰਜੇ ਲਾਗੇ ਲਿਆ ਰੱਖੀ ਸੀ ਤਾਂ ਜੋ ਉਹਨੂੰ ਥੁੱਕਣ 'ਚ ਸੌਖ ਰਹੇ। ਥਕੇਵੇਂ ਦੀ ਵਜ੍ਹਾ ਕਾਰਨ ਛੇਤੀ ਹੀ ਮੇਰੀ ਅੱਖ ਲੱਗ ਗਈ ਸੀ ਤੇ ਫਿਰ ਰਾਤੀ ਮੈਂ ਬਾਪੂ ਦਾ ਹਾਲ ਪੁੱਛਣ ਨਹੀਂ ਸੀ ਉੱਠਿਆ। ਸਵੇਰੇ ਜਦ ਇੱਕ ਹੱਥ ਪਾਣੀ ਦਾ ਗਲਾਸ ਤੇ ਦੂਜੇ ਹੱਥ ਚਾਹ ਦਾ ਕੱਪ ਫੜੀ ਮੈਂ ਬਾਪੂ ਕੋਲ ਗਿਆ ਸਾਂ ਤਾਂ ਉਹ ਹਿਲਦੇ ਪਰਦਿਆਂ ਤੋਂ ਧਿਆਨ ਪਰਤਾ ਕੇ ਮੈਨੂੰ ਬੜੇ ਗੌਰ ਨਾਲ ਦੇਖਣ ਲੱਗ ਪਿਆ ਸੀ। ਫਿਰ ਹੱਥ ਨਾਲ ਹੀ ਉਹਨੇ ਮੈਨੂੰ ਲਾਗੇ ਬਹਿ ਜਾਣ ਦਾ ਇਸ਼ਾਰਾ ਕੀਤਾ ਤੇ ਮੈਂ ਪਰੇ ਪਏ ਸਟੂਲ ਨੂੰ ਪੈਰ ਨਾਲ ਘੜੀਸ ਕੇ ਨੇੜੇ ਕਰਕੇ ਉਸ 'ਤੇ ਬਹਿ ਗਿਆ ਸਾਂ। ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਬਾਪੂ ਨੇ ਬੜੀ ਪਤਲੀ ਤੇ ਡੂੰਘੀ ਆਵਾਜ਼ ਵਿੱਚ ਕਿਹਾ ਸੀ, ਲੱਗਦਾ ਅੱਜ ਸੱਦਾ ਆ ਗਿਆ ਪੁੱਤ। ਸਾਰੀ ਰਾਤ ਅੱਖ ਨਹੀਂ ਲੱਗੀ। ਬੜਾ ਹੀ ਬੇਚੈਨ ਰਿਹਾ ਮੈਂ। ਹੁਣੇ ਮਨੇਰੇ 'ਚ ਅੱਖ ਲੱਗੀ ਤਾਂ ਮੈਨੂੰ ਸੁਪਨੇ 'ਚ ਪਿੰਡ ਵਾਲੇ ਘਰ ਸੂਫੇ ਦੀ ਦਹਿਲੀਜ਼ 'ਤੇ ਖਲੋਤੀ ਤੇਰੀ ਬੇਬੇ ਦਿਸੀ। ਆਖ ਰਹੀ ਆ, ਵੇਖਦਾ ਨਹੀਂ ਕਰਮੇ ਦੇ ਬਾਪੂ ਕੀ ਹਾਲ ਹੋ ਗਿਆ ਘਰ ਦਾ। ਇੱਦਾਂ ਦਾ ਹੁੰਦਾ ਸੀ ਉਦੋਂ ਇਹ ਕਿਤੇ। ਤੂੰ ਤਾਂ ਇੱਥੇ ਵਸਣਾ ਹੀ ਛੱਡਤਾ। ਜੇ ਇੱਥੇ ਨਹੀਂ ਵਸਣਾ ਤਾਂ ਮੇਰੇ ਕੋਲ ਹੀ ਆ ਜਾ। ਮੈਂ ਕਿੰਨੇ ਹੀ ਚਿਰ ਦੀ ਇਕੱਲੀ ਬੈਠੀ ਹਾਂ। ਬਸ 2 ਕੁ ਪੈਰ ਮੈਂ ਉਹਦੇ ਵੱਲ ਪੁੱਟੇ ਕਿ ਅੱਖ ਖੁੱਲ੍ਹ ਗਈ। ਲੈ ਫੜ ਦਾਤਣ ਕੁਰਲਾ ਕਰ ਤੇ ਚਾਹ ਪੀ, ਬੇਬੇ ਦਿਸੀ ਆ ਇਹਨੂੰ। ਕਹਿਣ ਨੂੰ ਤਾਂ ਮੈਂ ਕਹਿ ਗਿਆ, ਪਰ ਮੇਰੇ ਧੁਰ ਅੰਦਰੋਂ ਕੁਝ ਹਿੱਲ ਗਿਆ। ਮੇਰੀ ਹਲਕੇ ਫੁਲਕੀ ਰੌਂਚ ਕਹੀ ਗੱਲ ਨੇ ਜਦ ਬਾਪੂ ਦੇ ਚਿਹਰੇ ਦੇ ਪ੍ਰਭਾਵ ਰਤਾ ਵੀ ਨਾ ਬਦਲੇ ਤਾਂ ਮੇਰਾ ਮੱਥਾ ਠਣਕਿਆ। ਚਾਹ ਦਾ ਕੱਪ ਤੇ ਪਾਣੀ ਦਾ ਗਲਾਸ ਹੇਠਾਂ ਰੱਖ ਮੈਂ ਉਹਦੀ ਕਲਾਈ ਫੜੀ। ਦਿਖਾ, ਬੁਖਾਰ ਤਾਂ ਨਹੀਂ? ਨਹੀਂ, ਬੁਖਾਰ ਵਾਲੀ ਕੋਈ ਗੱਲ ਨਹੀਂ। ਬਾਪੂ ਨੇ ਉਦਾਸ ਅੱਖਾਂ ਨਾਲ ਫੇਰ ਮੇਰੇ ਵੱਲ ਵੇਖਿਆ। ਹੱਥ ਪੈਰ ਝੂਠੇ ਜਿਹੇ ਪਏ ਆ। ਐਂ ਜਾਪਦਾ ਜਿਵੇਂ ਸਾਹ ਸਾਤੀ ਨਹੀਂ ਰਿਹਾ ਸਰੀਰ 'ਚ। ਮੈਂ ਰੇਤ ਵਾਲਾ ਬਾਲਟਾ ਅਗਾਂਹ ਕਰਕੇ ਤੇ ਪਾਣੀ ਦਾ ਗਲਾਸ ਉਹਦੇ ਮੂੰਹ ਦੇ ਨੇੜੇ ਕਰਦਿਆਂ ਕਿਹਾ, ਲੈ ਚੂੜੀ ਕਰ ਲੈ। ਰੇਤ ਮੈਂ ਬਾਹਰ ਸੁੱਟ ਆਵਾਂ। ਚਾਹ ਦਾ ਘੁੱਟ ਪੀ ਲੈ, ਫਿਰ ਆਪਾਂ ਕਿਸੇ ਡਾਕਟਰ ਵੱਲ ਚੱਲਦੇ ਹਾਂ। ਬਾਪੂ ਦੇ ਚਿਹਰੇ ਦੀ ਉਦਾਸੀ ਹੋਰ ਸੰਘਣੀ ਹੋ ਗਈ। ਤਕਲੀਫ ਜਿਹੀ ਮਹਿਸੂਸ ਕਰਦਿਆਂ ਉਹਨੇ ਚੂੜੀ ਕੀਤੀ ਤੇ ਸਹਿਜੇ-ਸਹਿਜੇ ਚਾਹ ਪੀਣ ਲੱਗਾ। ਵਿੱਚ ਉਹ ਮੇਰੇ ਵੱਲ ਵੇਖਦਾ, ਕੁਝ ਕਹਿਣ ਲਈ ਉਹਦੇ ਬੁੱਲ੍ਹ ਫਰਕਦੇ, ਪਰ ਉਹ ਧਿਆਨ ਕਿਸੇ ਹੋਰ ਪਾਸੇ ਪਾ ਲੈਂਦਾ। ਜਸਬੀਰ ਕਿੱਦਣ ਆਊ? ਅਖੀਰ ਉਹਨੇ ਹੌਲੀ ਜਿਹਾ ਪੁੱਛਿਆ। ਕੱਲ੍ਹ ਸ਼ਾਮੀ ਹੀ ਆਊ। ਪਰਸੋਂ ਸ਼ਨੀਵਾਰ ਛੁੱਟੀ ਜੂ ਹੈ। ਕਿਉਂ? ਉਂਝ ਹੀ ਪੁੱਛਿਆ। ਚਾਹ ਦਾ ਖਾਲੀ ਕੱਪ ਮੈਨੂੰ ਫੜਾ ਕੇ
ਬਾਪੂ ਨੇ ਹੱਥ ਨਾਲ ਹੀ ਮੁੱਛਾਂ ਸਾਫ਼ ਕਰਦਿਆਂ ਕਿਹਾ, ਜਨਾਨੀ ਤੋਂ ਬਗੈਰ ਕਿੰਨਾ ਸੁੰਨਾ ਲੱਗਦਾ ਘਰ। ਪਤਾ ਨਹੀਂ ਤੈਨੂੰ ਕਿਵੇਂ ਲੱਗਦਾ। ਹਫ਼ਤੇ 'ਚੋਂ 5 ਦਿਨ ਹੱਥ ਤੂੰ ਲੂਣਾ, ਉਹ ਵੱਖ ਬੇਅਰਾਮੀ ਝੱਲਦੀ ਆ। ਜੇ ਬਦਲੀ ਨਹੀਂ ਹੁੰਦੀ ਤਾਂ ਨੌਕਰੀ ਛੁਡਵਾ ਕਿਉਂ ਨਹੀਂ ਦਿੰਦਾ? ਬਾਪੂ ਦੀ ਗੱਲ ਕਥਰ ਰਵਾ ਹੁੰਦੀ ਵੇਖ ਮੇਰੇ ਮਨ 'ਤੇ ਛਾਇਆ ਤੌਖਲਾ ਹਲਕਾ ਹੋਣ ਲੱਗਾ। ਬਸ ਬਾਪੂ ਐਵੇਂ ਹੀ, ਇੱਦਾਂ ਹੀ ਚੱਲਦਾ ਜਾ ਰਿਹਾ। ਢੁੱਕਵਾਂ ਉੱਤਰ ਨਾ ਔੜਨ 'ਤੇ ਮੈਂ ਕਹਿ ਦਿੱਤਾ, ਤੂੰ ਤਾਂ ਕਹਿੰਦਾ ਸੈਂ ਤੇਰੇ ਕਿਸੇ ਯਾਰ ਦਾ ਕੋਈ ਰਿਸ਼ਤੇਦਾਰ ਹਸਪਤਾਲਾਂ ਦੇ ਵੱਡੇ ਅਫਸਰ ਦਾ ਗੁਆਂਢੀ ਹੈ, ਫਿਰ ਕੰਮ ਕਿਉਂ ਨਹੀਂ ਬਣਦਾ? ਬਾਪੂ ਸੱਚੀ ਮੁੱਚੀ ਗੰਭੀਰ ਸੀ ਅਤੇ ਉਹਨੂੰ ਮੇਰੀ ਹਾਲਤ ਦਾ ਬੜਾ ਫਿਕਰ ਸੀ। ਅਸਲ 'ਚ ਬਾਪੂ ਕਹਾਣੀ ਇਹ ਹੈ ਕਿ ਦੁਨੀਆ ਹੁਣ ਉਹ ਨਹੀਂ ਰਹੀ। ਸਾਰਾ ਹਿਸਾਬ ਕਿਤਾਬ ਬਦਲ ਗਿਆ। ਤੂੰ ਸਮਝ ਪਈ, ਇਹ ਜਿਹੜਾ ਰਾਜ ਪ੍ਰਬੰਧ ਹੈ, ਇਹ ਸਰਕਾਰ ਦੀ ਜਿਹੜੀ ਮਸ਼ੀਨਰੀ ਹੈ, ਸਭ ਹੇਠ ਉੱਪਰ ਹੋ ਗਈ ਹੈ। ਰਿਸ਼ਵਤਾਂ ਸਿਫਾਰਸ਼ਾਂ ਦੀ ਦੌੜ ਵੀ ਓਨੀ ਲੱਗ ਗਈ ਹੈ। ਸਾਰਾ ਮਾਹੌਲ ਹੀ ਹੋਰ ਹੋ ਗਿਆ। ਹੁਣ ਤੂੰ ਵੇਖ, ਹਰ ਕਿਸੇ ਦੀ ਆਪੋ ਆਪਣੀ ਪਹੁੰਚ ਹੈ। ਕੋਈ ਨਾ ਕੋਈ ਸਿਫਾਰਿਸ਼ ਹਰ ਕੋਈ ਕੱਢ ਲੈਂਦਾ, ਫਿਰ ਪੈਸੇ ਦੀ ਦੌੜ ਚੱਲਦੀ ਹੈ। ਕੁਛ ਨਾ ਪੁੱਛ ਬਾਪੂ, ਇਹ ਬੜਾ ਅਜੀਬ ਚੱਕਰ ਹੈ। ਬਾਪੂ ਚੁੱਪ ਹੋ ਗਿਆ। ਅਖੀਰ ਮੇਰੇ ਵੱਲ ਵੇਖਿਆਂ ਬਗੈਰ ਬੋਲਿਆ, ਤੁਸੀਂ ਪਤਾ ਨਹੀਂ ਕਿਹੋ ਜਿਹੇ ਹੋ। ਤੇਰੀ ਬੇਬੇ ਤਾਂ ਘਰ ਦਾ ਵਸਾ ਨਹੀਂ ਸੀ ਖਾਂਦੀ ਹੁੰਦੀ। ਕਿਤੇ ਵਾਂਢੇ ਜਾਂਦੀ ਸੀ ਤਾਂ ਸ਼ਾਮੀ ਘਰ ਪਰਤ ਆਉਂਦੀ ਹੁੰਦੀ ਸੀ। ਤੈਨੂੰ ਤਾਂ ਪਤਾ ਹੀ ਹੈ ਉਹ ਘਰ ਕਿਵੇਂ ਵਸਾਇਆ ਸੀ ਉਹਨੇ। ਉਹ ਘਰ ਤਾਂ ਉਹਦੇ ਨਾਲ ਹੀ ਮੁੱਕ ਗਿਆ। ਘਰ ਦੀ ਰੌਣਕ ਤਾਂ ਪੁੱਤ ਜਨਾਨੀ ਨਾਲ ਹੀ ਹੁੰਦੀ ਹੈ। ਬੇਸ਼ੱਕ ਬਾਪੂ ਨੇ ਇਹ ਗੱਲ ਕਈ ਵਾਰ ਕੀਤੀ ਸੀ, ਪਰ ਅੱਜ ਉਹਦੀ ਗੱਲ ਮੈਨੂੰ ਵਧੇਰੇ ਵਜ਼ਨਦਾਰ ਜਾਪੀ। ਉਹ ਰੌਣਕ ਜੋ ਬੇਬੇ ਦੇ ਹੁੰਦਿਆਂ ਪਿੰਡ ਵਾਲੇ ਘਰ ਵਿੱਚ ਹੁੰਦੀ ਸੀ, ਉਹ ਕਿਤੇ ਦੂਰ ਰਹਿ ਗਈ ਸੀ। ਉਹ ਦਿਨ ਜਦੋਂ ਸਵੇਰੇ ਕੁੱਕੜ ਦੀ ਬਾਂਗੇ ਬਾਪੂ ਉੱਠ ਕੇ ਇਸ਼ਨਾਨ ਕਰਕੇ ਜਪਜੀ ਦਾ ਪਾਠ ਕਰਦਾ, ਭੱਠੀ ਮੰਗਾਉਂਦਾ ਤੇ ਐਰਨ ਅੱਗੇ ਜਾ ਬਹਿੰਦਾ ਹੁੰਦਾ ਸੀ, ਅੱਜ ਦਿਆਂ ਨਾਲੋਂ ਕਿਤੇ ਲੁਭਾਉਣੇ ਦਿਨ ਸਨ। ਐਰਨ 'ਤੇ ਪੈਂਦੇ ਹਥੌੜਿਆਂ ਦੀ ਠੱਕ ਠੱਕ ਤੇ ਭੱਠੀ ਦੇ ਪੱਖੇ ਦੀ ਘੂਕਰ ਸਾਡੇ ਸੁੱਤੇ ਪਿਆਂ ਦੇ ਕੰਨਾਂ 'ਚ ਇੱਕ ਸੰਗੀਤ ਘੋਲਿਆ ਕਰਦੀ ਸੀ। ਬੇਬੇ ਭਾਵੇਂ ਪਾਠ ਕਰਨਾ ਨਹੀਂ ਸੀ ਜਾਣਦੀ, ਪਰ ਫਿਰ ਵੀ ਕੋਈ ਅੱਧ ਪਚੱਧੀ ਤੁਕ ਗੁਣਗੁਣਾਉਂਦੀ ਉਹ ਚੌਂਕੇ ਚੁੱਲ੍ਹੇ ਦੇ ਆਰ 'ਚ ਜੁੱਟੀ ਰਹਿੰਦੀ। ਤੁਰਦੀ ਫਿਰਦੀ ਉਹ ਡਿਓੜੀ 'ਚ ਲੱਗੀ ਭੱਠੀ ਦੇ ਪੱਖੇ ਦਾ ਚੱਕਾ ਵੀ ਕਮਾ ਆਉਂਦੀ। ਕਦੇ ਕਦੇ ਬਾਪੂ ਜਦ ਬਹੁਤ ਪ੍ਰਸੰਨ ਚਿੱਤ ਹੁੰਦਾ ਤਾਂ ਬੜੇ ਨਿੱਘ ਨਾਲ ਬੇਬੇ ਨੂੰ ਆਖਦਾ, ਆ ਜਾ ਤੇਜ ਕੁਰੇ, ਘੜੀ ਬਹਿ ਜਾ। ਸਾਰਾ ਦਿਨ ਤਾਂ ਸਹੁਰੀ ਦਾ ਭੋਰਾ ਵੇਲ ਨਹੀਂ ਲੱਗਦਾ, ਕੋਈ ਗੱਲ ਹੀ ਕਰ। ਤੇ ਬਾਪੂ ਠਿੱਬੀ ਜਿਹੀ ਚੌਂਕੀ ਉਸ ਵੱਲ ਸਰਕਾ ਦਿੰਦਾ। ਫਿਰ ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ, ਕਦੇ ਕਦੇ ਹਾਸਾ ਛਣਕਦਾ। ਮੈਂ ਜਾਗੋ ਮੀਟੇ ਵਿੱਚ ਅੰਦਾਜ਼ਾ ਲਾਉਂਦਾ, ਜ਼ਰੂਰ ਆਪਣੇ ਜਵਾਨੀ ਬਾਰੇ ਦੀਆਂ ਗੱਲਾਂ ਕਰਦੇ ਹੋਣਗੇ। ਬਾਪੂ ਮੇਲੇ ਵਿੱਚ ਪੱਥਰ ਚੁੱਕਣ ਦੀ ਗੱਲ ਸੁਣਾ ਰਿਹਾ ਹੋਵੇਗਾ। ਬੇਬੇ ਆਪਣੇ ਗਿੱਧੇ ਦੀ ਧਮਕ ਬਾਰੇ ਦੱਸ ਰਹੀ ਹੋਵੇਗੀ। ਉਹਨਾਂ ਦੇ ਪਹਿਲਿਆਂ ਦਿਨਾਂ ਦੀ ਗੱਲ ਹੋਵੇਗੀ, ਜਦੋਂ ਬੇਬੇ ਦੇ ਰੂਪ 'ਤੇ ਚਰਚਾ ਹੁੰਦੀ ਸੀ। ਉਦੋਂ ਤਾਂ ਦਿਨ ਹੀ ਹੋਰ ਸਨ। ਬਾਪੂ ਆਖਦਾ, ਹਾਂ ਹੁਣ ਤਾਂ ਜ਼ਮਾਨਾ ਹੀ ਬਦਲ ਗਿਆ। ਬਾਪੂ ਦੀਆਂ ਗੱਲਾਂ 'ਚ ਪੂਰੀ ਤਰ੍ਹਾਂ ਢਲ ਕੇ ਬੇਬੇ ਆਖਦੀ, ਅਸੀਂ ਤਾਂ ਨਹੀਂ ਨਾ ਬਦਲੇ। ਬਾਪੂ ਹਥੌੜਾ ਰੱਖ ਬੇਬੇ ਦੀ ਕਲਾਈ ਫੜਦਾ ਤੇ ਬੇਬੇ ਅੱਗੇ ਪਿੱਛੇ ਝਾਕ ਕੇ ਪੋਲੇ ਜਿਹੇ ਬਾਂਹ ਛਡਾਉਂਦੀ, ਬੁੱਲ ਘੁੱਟ ਕੇ ਹੱਸਦੀ ਤੇ ਆਖਦੀ, ਕੋਈ ਵੇਖੂ ਤੇ ਕੀ ਆਖੂ, ਨਿਆਣੇ ਜਵਾਨ ਨੇ, ਕੁਝ ਖਿਆਲ ਕਰਿਆ ਕਰ। ਯਾਦ ਹੀ ਲੋਕ ਆਂਦੇ ਸਨ, ਇੰਨੀ ਸੋਹਣੀ ਲਾਟ ਵਰਗੀ ਤੀਵੀਂ ਐਸ ਸਿੱਧੜ ਜਿਹੇ ਦਿਖਾਣ ਦੇ ਕਿਵੇਂ ਬਸੂ। ਪਿਛਲੀਆਂ ਛੋਹ ਕੇ ਬਾਪੂ ਦਾ ਚਿੱਤ ਜਿਵੇਂ ਕਰਾਰਾ ਹੋ ਜਾਂਦਾ। ਫਿਰ ਉਹਦੀ ਇਸ ਮਾਣ ਵਿੱਚ ਕਿ ਉਹ ਤੀਵੀਂ ਉਹਨੇ ਲੋਕਾਂ ਨੂੰ ਵਸਾ ਕੇ ਵਿਖਾਈ, ਹਿੱਕ ਚੌੜੀ ਹੋ ਜਾਂਦੀ। ਪਤਾ ਹੀ ਕਈਆਂ ਤੇਰੇ ਕਰਕੇ ਹੀ ਮੇਰੇ ਕੋਲ ਸੇਪ ਰੱਖੀ ਸੀ। ਮੇਰੇ ਕਰਕੇ ਖਾਮ ਖਾ, ਬੇਬੇ ਕਹਿੰਦੀ, ਤੇਰਾ ਕੰਮ ਵੇਖ ਕੇ ਰੱਖਦੇ ਹੋਣਗੇ। ਕੰਮ ਕਿਤੇ ਘੱਟ ਕਰਦਾ ਸੈਂ ਤੂੰ, ਹੁਣ ਵੇਖਾਂ। ਬਾਪੂ ਦੇ ਝੁਰੜੀਆਂ ਛੱਡ ਗਏ ਡੋਲਿਆਂ ਨੂੰ ਵੇਖ ਬੇਬੇ ਚਿੰਤਾ 'ਚ ਆਖਦੀ, ਆਪ ਕੁਝ ਖਾਂਦਾ ਨਹੀਂ, ਜੋ ਹੁੰਦਾ ਕਹਿੰਦਾ ਮੁੰਡੇ ਨੂੰ ਖਵਾਈ ਜਾ। ਕਾਲਜ ਪੜ੍ਹਦਾ ਕਰਮਾ, ਪਤਾ ਕਿੰਨੀ ਸਿਰ ਖਪਾਈ ਕਰਦਾ। ਵੇਖੀ ਜਦੋਂ ਸਾਰੇ ਪਿੰਡ 'ਚੋਂ ਨਾਂ ਕਮਾਊ। ਉਹਦੀ ਮਿਹਨਤ ਹੈ, ਅਸੀਂ ਗਰੀਬ ਕੀ ਦੇਣ ਜੋਗੇ ਹਾਂ। ਬਾਪੂ ਮੇਰੀ ਗੱਲ ਫਖਰ ਨਾਲ ਕਰਦਾ। ਬਾਪੂ ਦੀ ਗੱਲ ਸੁਣ ਕੇ ਬੇਬੇ ਪ੍ਰਭਾਵਿਤ ਹੋ ਜਾਂਦੀ, ਹੱਥ ਜੋੜਦੀ ਤੇ ਰੱਬ ਨੂੰ ਮੁਖਾਤਬ ਹੁੰਦੀ, ਸਿੱਧੀਆਂ ਪਾਵੀਂ ਰੱਬਾ, ਕਮਾਈ 'ਚ ਬਰਕਤਾਂ ਪਾਈ, ਤੰਦਰੁਸਤੀਆਂ ਬਖਸ਼ੀ।
ਔਲਾਦ ਨੂੰ ਸੁੱਖ ਮੰਨਣਾ ਦਈ। ਇਹ ਸਿਲਸਿਲਾ ਇੰਜ ਹੀ ਚੱਲਦਾ ਰਿਹਾ। ਬੇਬੇ ਦਾ ਲਿਪਿਆ ਪੋਚਿਆ ਘਰ ਉਹਦੇ ਸੁਥਰੇ ਹੋਣ ਦੀ ਸਾਖੀ ਭਰਦਾ। ਬਾਪੂ ਦਾ ਕੰਮ 'ਚੋਂ ਸਿਰ ਖੁਰਕਣ ਦੀ ਵੇਲ ਦਾ ਨਾ ਹੋਣਾ ਉਹਦੇ ਕਾਰੀਗਰ ਹੋਣ ਦਾ ਸਬੂਤ ਦਿੰਦਾ। ਹਰ ਛਮਾਹੀ ਦਾਣਿਆਂ ਨਾਲ ਭੜੋਲੇ ਭਰ ਜਾਂਦੇ, ਪੱਠਾ ਦੱਥਾ ਬੱਖ ਆ ਜਾਂਦਾ। ਬੇਬੇ ਹਰ ਆਏ ਗਏ ਨੂੰ ਚਾਵਾਂ ਲੱਸੀਆਂ ਪਿਆਉਂਦੀ। ਬਾਪੂ ਦਾ 4 ਬੰਦਿਆਂ 'ਚ ਉੱਠਣ ਬੈਠਣ ਵੇਖ ਪ੍ਰਸੰਨ ਹੁੰਦੀ। ਕਦੇ ਕਦੇ ਜਦ ਬਾਪੂ 2 ਘੁੱਟ ਦਾਰੂ ਪੀ ਕੇ ਆਪਲ ਟਪੜੀਆਂ ਮਾਰਦਾ ਤਾਂ ਬੇਬੇ ਬਿਨਾਂ ਗੁੱਸਾ ਕੀਤਿਆਂ ਉਹਨੂੰ ਝਾੜਦੀ, ਸੰਗ ਦਾ ਘਾਟਾ ਇਹਨੂੰ, ਪਤਾ ਨਹੀਂ ਚੌਥੇ ਕੁ ਦਿਨ ਕਿੱਥੋਂ ਮੂੰਹ ਨੂੰ ਲਾ ਕੇ ਆ ਜਾਂਦਾ। ਪਰ ਅਸਾਂ ਬਾਪੂ ਤੇ ਬੇਬੇ ਨੂੰ ਕਦੇ ਝਗੜਦਿਆਂ ਨਹੀਂ ਸੀ ਵੇਖਿਆ। ਇੱਕ ਨਿੱਘ, ਇੱਕ ਮਿਠਾਸ ਘਰ 'ਚ ਹਮੇਸ਼ਾ ਤਾਰੀ ਰਹਿੰਦੀ। ਇਸੇ ਮਾਹੌਲ 'ਚ ਦੋਵਾਂ ਭੈਣਾਂ ਦੇ ਵਿਆਹ ਹੋਏ ਤੇ ਮੈਂ ਪੜ੍ਹਾਈ ਮੁਕਾਈ। ਇਸੇ ਦੌਰਾਨ ਮੇਰੀ ਨੌਕਰੀ ਲੱਗੀ ਤੇ ਸਰਕਾਰੀ ਹਸਪਤਾਲ 'ਚ ਸਟਾਫ ਨਰਸ ਲੱਗੀ ਕੁੜੀ ਨਾਲ ਮੇਰਾ ਵਿਆਹ ਹੋਇਆ। ਅਖੀਰ ਜਦ ਪਰਿਵਾਰਕ ਮਜਬੂਰੀਆਂ ਬਸ ਇਸ ਖੇੜਿਆਂ ਭਰੇ ਮਾਹੌਲ ਨੂੰ ਛੱਡ ਕੇ ਮੈਂ ਸ਼ਹਿਰ ਇੱਕ ਤੰਗ ਗਲੀ ਵਿੱਚ ਕਿਰਾਏ ਦੇ ਮਕਾਨ 'ਚ ਰਹਿਣ ਲੱਗਾ ਤਾਂ ਦੁਨੀਆ ਹੀ ਬਦਲ ਗਈ। ਬੇਬੇ ਦੇ ਮਰਨ 'ਤੇ ਬਾਪੂ ਤਾਂ ਹੀ ਰੋਇਆ ਸੀ। ਬੇਸ਼ੱਕ ਅਸੀਂ ਚਾਹੁੰਦੇ ਸਾਂ ਬਾਪੂ ਨੂੰ ਨੂੰਹ ਤੇ ਜਵਾਈ ਦੀ ਹਾਜ਼ਰੀ 'ਚ ਇਉਂ ਵਿਰਲਾਪ ਨਹੀਂ ਕਰਨੇ ਚਾਹੀਦੇ, ਪਰ ਉਹ ਤਾਂ ਜਿਵੇਂ ਅਸਲੋਂ ਹੀ ਟੁੱਟ ਗਿਆ ਸੀ। ਕਮਲਿਆਂ ਵਾਂਗ ਤੁਰਿਆ ਫਿਰਦਾ ਸੀ। ਕਦੇ ਬੇਬੇ ਦੇ ਲਿਪੇ ਹੋਏ ਚੌਂਕੇ ਭੜੋਲੀਆਂ 'ਤੇ ਹੱਥ ਫੇਰਦਾ, ਕਦੇ ਉਹਦੇ ਟਕਾਏ ਭਾਂਡਿਆਂ ਨੂੰ ਪਲੋਸਦਾ, ਕਦੇ ਉਹਦੇ ਟੰਗੇ ਹੋਏ ਕੱਪੜਿਆਂ ਨੂੰ ਵੇਖਦਾ। ਕਿਸੇ ਨਾਲ ਬੋਲਦਾ ਨਾ ਚਾਲਦਾ, ਉਦਾਸ ਤੇ ਗੁੰਮਸੁੰਮ ਰਹਿੰਦਾ। ਬੇਬੇ ਦੀਆਂ ਅੰਤਮ ਰਸਮਾਂ ਕਰਨ ਤੋਂ ਬਾਅਦ ਤੇ ਭੈਣ ਭਣੋਈਆ ਤੇ ਹੋਰ ਰਿਸ਼ਤੇਦਾਰਾਂ ਨੂੰ ਤੋਰਨ ਤੋਂ ਬਾਅਦ ਇੱਕ ਦਿਨ ਚੁੱਪਚਾਪ ਬੈਠੇ ਬਾਪੂ ਨੂੰ ਮੈਂ ਕਿਹਾ ਸੀ, ਤੂੰ ਵੀ ਮੇਰੇ ਨਾਲ ਸ਼ਹਿਰ ਹੀ ਚਲਿਆ ਚੱਲ। ਪਹਿਲੀ ਵਾਰ ਮੈਨੂੰ ਬਾਪੂ ਨੇ ਓਪਰੀਆਂ ਨਜ਼ਰਾਂ ਨਾਲ ਵੇਖਿਆ ਸੀ। ਉਹਦੀ ਚੁੱਪ ਹੀ ਉਹਦਾ ਜਵਾਬ ਸੀ। ਮੇਰੀ ਪਤਨੀ ਦੀਆਂ ਛੁੱਟੀਆਂ ਦੀ ਮਜਬੂਰੀ ਸੀ, ਸੋ ਅਸੀਂ ਵੀ ਸ਼ਹਿਰ ਆ ਗਏ। ਮੈਂ ਹਫ਼ਤੇ 2 ਹਫ਼ਤੇ ਬਾਅਦ ਪਿੰਡ ਜਾਂਦਾ। ਬਾਪੂ ਹੁਣ ਕਦੇ ਕਦਾਈ ਹੀ ਭੱਠੀ ਮੰਗਾਉਂਦਾ ਸੀ। ਸੇਪ ਵਾਲੇ ਘਰਾਂ ਨੂੰ ਉਹਨੇ ਹੱਥ ਜੋੜ ਕੇ ਆਪਣੀ ਮਜਬੂਰੀ ਦੱਸਦਿਆਂ ਭਗਤੇ ਦੀ ਪੱਤੀ ਵਿੱਚ ਸੇਪ ਕਰਦੇ ਰਤਨ ਸੋਹ ਨੂੰ ਕੰਮ ਦੇ ਦੇਣ ਦੀ ਬੇਨਤੀ ਕਰ ਦਿੱਤੀ। ਬਹੁਤਾ ਸਮਾਂ ਉਹ ਗੁਰਦੁਆਰੇ ਵਿਚਲੇ ਬੋੜ ਹੇਠਾਂ ਪਏ ਤਖਤ ਪੋਸ਼ 'ਤੇ ਪਿਆ ਰਹਿੰਦਾ। ਬਹੁਤੀ ਵਾਰ ਭਾਈ ਮਹੈਣ ਸਿਉ ਨਾਲ ਪ੍ਰਸ਼ਾਦਾ ਛਕ ਲੈਂਦਾ ਜਾਂ ਫਿਰ ਕਿਸੇ ਸੇਪ ਵਾਲੇ ਘਰ ਜਾ ਖਾਂਦਾ। ਘਰ ਚੁੱਲ੍ਹਾ ਉਹ ਕਦੇ ਕਦਾਈ ਹੀ ਬਾਲਦਾ। ਲਿਪਿਆ ਪੋਚਿਆ ਤੇ ਸਾਫ਼ ਰਹਿਣ ਵਾਲਾ ਵਿਹੜਾ ਭ੍ਰਿਸ਼ਟਿਆ ਤੇ ਅਣਸੰਭਰਿਆ ਪਿਆ ਰਹਿੰਦਾ। ਕਈ ਵਾਰ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਕਦੇ ਕਦਾਈ ਉਹ ਜਾ ਕੇ ਘਰ ਸੰਭਰ ਆਇਆ ਕਰੇ, ਪਰ ਉਹ ਕੰਨ ਨਾ ਧਰਦੀ। ਪਿੰਡ ਜਾਣੋਂ ਕੰਨੀ ਕਤਰਾਉਂਦੀ। ਉਲਟਾ ਕਈ ਵਾਰ ਉਹਨੇ ਮੈਨੂੰ ਕਿਹਾ ਸੀ, ਫਿਰਨੀ 'ਤੇ ਪਈ ਕਨਾਲ ਥਾਂ ਵੇਚ ਕਿਉਂ ਨਹੀਂ ਦਿੰਦੇ? ਘੱਟੋ ਘੱਟ ਸ਼ਹਿਰ ਤੋਂ ਬਾਹਰ ਕਿਸੇ ਨਵੀਂ ਕਲੋਨੀ 'ਚ ਪਲਾਟ ਤਾਂ ਲੈ ਹੀ ਸਕਨੇ ਆ। ਆਪਣੇ ਬਾਪੂ ਨਾਲ ਗੱਲ ਤਾਂ ਕਰਕੇ ਵੇਖੋ। ਮੈਂ ਕਈ ਵਾਰ ਚਾਹਿਆ ਸੀ ਬਾਪੂ ਨਾਲ ਗੱਲ ਕਰਾਂ, ਪਰ ਪਤਾ ਨਹੀਂ ਕਿਉਂ ਮੈਨੂੰ ਚੰਗਾ ਨਹੀਂ ਸੀ ਲੱਗਦਾ। ਆਪਣੀ ਪਤਨੀ ਨੂੰ ਮੈਂ ਹੂੰ ਹਾਂ ਕਰ ਛੱਡਦਾ, ਪਰ ਬਾਪੂ ਸਾਹਮਣੇ ਜਾ ਕੇ ਮੈਥੋਂ ਕਹਿ ਨਾ ਹੁੰਦਾ। ਬਾਪੂ ਤੋਂ ਕੁਝ ਮੰਗਣ 'ਤੇ ਮੇਰੀ ਆਵਾਜ਼ ਮੇਰਾ ਸਾਥ ਨਾ ਦਿੰਦੀ। ਅਖੀਰ ਇੱਕ ਦਿਨ ਇਹ ਮਸਲਾ ਬਾਪੂ ਨੇ ਆਪ ਹੀ ਹੱਲ ਕਰ ਦਿੱਤਾ। ਪਿੰਡ ਗਏ ਨੂੰ ਮੈਨੂੰ ਬਾਪੂ ਨੇ ਕਿਹਾ ਸੀ, ਪੁੱਤ ਮਿੰਦਰ ਸੂ ਆਪਣਾ ਫਿਰਨੀ ਵਾਲਾ ਕਨਾਲ ਥਾਂ ਲੈਣ ਨੂੰ ਆਂਦਾ ਸੀ, ਕਿਵੇਂ ਕਰਨਾ? ਆਪਣੀ ਮੁਸ਼ਕਲ ਹੱਲ ਹੋ ਜਾਣ 'ਤੇ ਸੌਖਾ ਅਨੁਭਵ ਕਰਦਿਆਂ ਮੈਂ ਕਿਹਾ ਸੀ, ਤੂੰ ਸਿਆਣਾ ਬਾਪੂ, ਜਿਵੇਂ ਕਹੇ। ਜਾਂ ਫਿਰ ਉਹਨਾਂ ਨਾਲ ਗੱਲ ਕਰ ਆ। ਮੈਂ ਉਹਨਾਂ ਨੂੰ ਕਿਹਾ ਸੀ ਵੀ ਕਰਮਾ ਆਊ ਤਾਂ ਮੈਂ ਤੁਹਾਡੇ ਵੱਲ ਭੇਜਾਂਗਾ। ਭਾ ਪਿੱਛੇ ਨਾ ਬਹੁਤਾ ਪਵੀਂ। ਤੈਨੂੰ ਪਤਾ ਪਿੰਡ ਦੀ ਸਾਂਝ ਹੈ, ਬੜਾ ਮੇਲ ਜੋਲ ਰਿਹਾ ਸਾਡਾ ਉਹਨਾਂ ਨਾਲ। ਉਸ ਥਾਂ ਦੇ ਪੈਸਿਆਂ ਨੂੰ ਬਾਪੂ ਨੇ ਹੱਥ ਵੀ ਨਹੀਂ ਸੀ ਲਾਇਆ। ਜਾਣੀ ਜਾਣ ਬਾਪੂ ਨੇ ਕਿਹਾ ਸੀ, ਜੇ ਸ਼ਹਿਰ ਹੀ ਰਹਿਣਾ ਤੇ ਆਪਣਾ ਔੜ ਪੌੜ ਕਰ ਲੈ। ਕੁਝ ਤੇਰੀ ਬੇਬੇ ਦੀਆਂ ਟੁੰਮਾਂ ਵੀ ਪਈਆਂ ਨੇ, ਜੇ ਉਹ ਵੀ ਲਾਉਣੀਆਂ ਪੈਣ ਤਾਂ ਲਾ ਲੈ, ਤੇ ਕਿਤੇ ਥੋੜ੍ਹੀ ਬਹੁਤ ਥਾਂ ਲੈ ਕੇ ਕਮਰਾ ਕੁ ਛੱਤ ਲੈ, ਘੱਟੋ ਘੱਟ ਕਿਰਾਇਆਂ ਤੋਂ ਤਾਂ ਬਚੇਗਾ। ਬਾਪੂ ਦੇ ਕਈ ਸਾਥੀ ਉਹਨੂੰ ਰਾਏ ਦਿੰਦੇ, ਕਾਹਨੂੰ ਬੁੱਢੇ ਬਾਰੇ ਹੱਡ ਰੋਲਦਾ, ਇੰਨਾ ਵਧੀਆ ਜੀ ਕੇ ਫਕੀਰ ਜਿਹਾ ਹੋ ਗਿਆ, ਪਰਾਂ ਮੁੰਡੇ ਕੋਲ ਹੀ ਜਾ ਰਹੋ। ਕਿੰਨੇ ਕੁ ਰਹਿ ਗਏ ਭਾਊ, ਖੌਰੇ ਕਿੰਨੇ ਕੁ ਸਾਹ ਨੇ, ਜ਼ਿੰਦਗੀ ਤਾਂ ਮੁੱਕ ਗਈ ਤੇਜ਼ ਗੁਰਨਾਲੇ। ਬਾਪੂ ਗੰਭੀਰ ਹੋ ਕੇ ਆਖਦਾ।
ਬੜੀ ਖਿੱਚ ਧੂ ਨਾਲ ਮੈਂ ਸ਼ਹਿਰ ਤੋਂ ਬਾਹਰ ਨਵੀਂ ਬਣੀ ਇੱਕ ਕਲੋਨੀ 'ਚ ਪਲਾਟ ਲੈ ਕੇ 2 ਕਮਰੇ ਰਸੋਈ ਬਣਾਉਣ 'ਚ ਕਾਮਯਾਬ ਹੋ ਗਿਆ। ਇੰਨੀ ਦਿਨੀਂ ਮੇਰੀ ਪਤਨੀ ਦੀ ਬਦਲੀ ਦੂਜੇ ਸ਼ਹਿਰ 'ਚ ਹੋ ਗਈ। ਇੱਕ ਸੰਕਟ ਟਲਿਆ, ਦੂਜਾ ਆ ਪਿਆ। ਅਖੀਰ ਬਾਪੂ ਨੇ ਮੇਰੀ ਇਕੱਲਤਾ ਨੂੰ ਭਰਨ ਅਤੇ ਮੇਰੀ ਗੈਰ ਹਾਜ਼ਰੀ ਵੇਲੇ ਘਰ ਦੀ ਰਖਵਾਲੀ ਕਰਨ ਖਾਤਰ ਮੇਰੇ ਕੋਲ ਸ਼ਹਿਰ ਆਉਣਾ ਮੰਨ ਲਿਆ। ਧੁੱਪ ਕਾਫੀ ਚੜ੍ਹ ਆਈ ਸੀ। ਮੇਰੇ ਕੋਲ ਬੈਠੇ ਸੱਜਣ ਪਤਾ ਨਹੀਂ ਕਦੋਂ ਕਦੇ ਉੱਠ ਕੇ ਚਲੇ ਗਏ ਸਨ। ਮੇਰਾ ਚਿੱਤ ਨਾ ਕੀਤਾ ਕਿ ਮੈਂ ਸ਼ੋਕੇਸ 'ਚ ਪਈ ਘੜੀ ਤੋਂ ਉੱਠ ਕੇ ਟਾਈਮ ਵੇਖਾਂ। ਮੈਂ ਬਾਪੂ ਦੇ ਢਕੇ ਹੋਏ ਚਿਹਰੇ ਨੂੰ ਨੀਝ ਨਾਲ ਵੇਖਿਆ। ਕਿਤੇ ਬਾਪੂ ਫੇਰ ਉੱਠ ਪਵੇ। ਮੇਰੀ ਜ਼ਿੰਦਗੀ 'ਚ ਇੰਨਾ ਅਹਿਮ ਰੋਲ ਨਿਭਾਉਣ ਵਾਲਾ ਬਾਪੂ ਇੰਨੀ ਛੇਤੀ ਛੱਡ ਕੇ ਚਲਾ ਜਾਏਗਾ, ਮੈਨੂੰ ਹਾਲੇ ਵੀ ਯਕੀਨ ਨਹੀਂ ਸੀ ਆ ਰਿਹਾ। ਮੇਰਾ ਹਿਰਦਾ ਪੀੜੋ ਪੀੜ ਸੀ। ਬਾਪੂ ਦੇ ਅਹਿਸਾਨਾਂ 'ਚੋਂ ਮੈਂ ਤਿਲ ਪਰ ਅਦਾਇਗੀ ਵੀ ਨਹੀਂ ਸਾਂ ਕਰ ਸਕਿਆ। ਇੱਕ ਮੌਕਾ ਜੇ ਬਾਪੂ ਹੋਰ ਦੇ ਦਿੰਦਾ। ਮੈਨੂੰ ਇਸ ਗੱਲ ਦਾ ਵੀ ਅਫਸੋਸ ਸੀ ਕਿ ਮੇਰੀ ਪਤਨੀ ਨੇ ਬਾਪੂ ਨੂੰ ਕਦੇ ਵੀ ਲੋੜੀਂਦਾ ਮਾਣ ਸਤਿਕਾਰ ਨਹੀਂ ਸੀ ਦਿੱਤਾ। ਉਹ ਬਾਪੂ ਦੇ ਪੁੜੇ ਹੋਏ ਹੱਥਾਂ ਤੇ ਤਾਂਬੇ ਰੰਗੇ ਚਿਹਰੇ ਨੂੰ ਨਫ਼ਰਤ ਨਾਲ ਵੇਖਦੀ ਸੀ। ਉਹ ਬਾਪੂ ਦੇ ਵਿਹੜੇ 'ਚ ਖੰਗਾਰ ਸੁੱਟ ਦੇਣ ਦਾ ਬੁਰਾ ਮਨਾਉਂਦੀ ਸੀ। ਮੈਂ ਉਸਨੂੰ ਬੜੀ ਵਾਰ ਸਮਝਾਇਆ ਸੀ ਕਿ ਉਹ ਇੰਜ ਨਾ ਕਰਿਆ ਕਰੇ, ਪਰ ਉਹ ਹਮੇਸ਼ਾ ਨੱਕ ਚੜ੍ਹਾ ਕੇ ਕਹਿੰਦੀ, ਮੈਂ ਬਾਪੂ ਨਾਲ ਕਿਹੜੀਆਂ ਫੁੰਮਣੀਆਂ ਪਾਇਆ ਕਰਾਂ। ਘੱਟੋ ਘੱਟ ਚਾਹ ਪਾਣੀ ਦੇਣ ਲੱਗਿਆਂ ਕਹਿ ਕੇ ਫੜਾਇਆ ਕਰ, ਊਂ ਹੀ ਨਾ ਰੱਖ ਆਇਆ ਕਰ। ਤੇਰਾ ਵੀ ਤੇ ਕੁਝ ਫਰਜ਼ ਹੈ। ਤੈਨੂੰ ਪਤਾ ਹੀ ਹੈ ਬੇਬੇ ਕਿੰਨਾ ਖਿਆਲ ਰੱਖਦੀ ਹੁੰਦੀ ਸੀ ਉਹਦਾ। ਮੈਂ ਕਹਿੰਦਾ, ਤੁਸੀਂ ਕਰਦੇ ਰਿਹਾ ਕਰੋ ਲੋਲੋ ਪੋਪੋ, ਮੈਥੋਂ ਤਾਂ ਨਹੀਂ ਹੁੰਦਾ। ਉਹ ਖਿੱਚ ਕੇ ਆਖਦੀ। ਪਰ ਬਾਪੂ ਉਹਨੂੰ ਜਦੋਂ ਵੀ ਆਵਾਜ਼ ਮਾਰਦਾ, ਜਸਬੀਰ ਪੁੱਤ ਆਖ ਕੇ ਹੀ ਮਾਰਦਾ। ਮੈਨੂੰ ਕਹਿੰਦਾ, ਕਰਮ ਸਿਆਂ ਪੁੱਤ, ਇਹਨੂੰ ਵੀ ਚੈਨ ਦੀ ਰੋਟੀ ਖਾ ਲੈਣ ਦੇ। ਸਾਡੇ ਵੇਲਿਆਂ 'ਚ ਜਨਾਨੀ ਦੀ ਕਮਾਈ ਨੂੰ ਮਾੜਾ ਸਮਝਦੇ ਸੀ। ਤੂੰ ਕਾਹਦੇ ਲਈ ਇਹਨੂੰ ਭਜਾਈ ਰੱਖਣਾ? ਤੇਰੀ ਕਮਾਈ ਨਾਲ ਘਰ ਨਾ ਤੁਰੂ। ਤੇਰੀ ਬੇਬੇ ਤੇ ਮੈਂ ਕਿਤੇ ਮਾੜਾ ਜੀਵੇ ਆ? ਹਾਲੇ ਤੂੰ ਸਰਕਾਰੀ ਨੌਕਰ ਹੈ। ਮਹੀਨੇ ਬਾਅਦ ਲੱਗੀ ਬੱਧੀ ਤਨਖਾਹ ਤਾਂ ਮਿਲ ਹੀ ਜਾਂਦੀ ਹੈ। ਸਾਡਾ ਕਿਤੇ ਇੱਦਾਂ ਦਾ ਹਿਸਾਬ ਥੋੜ੍ਹਾ ਸੀ। ਫੇਰ ਵੀ ਤੁਹਾਨੂੰ ਪਾਲਿਆ, ਲਿਖਾਇਆ, ਪੜ੍ਹਾਇਆ, ਵਿਆਹਿਆ, ਕੀ ਨਹੀਂ ਕੀਤਾ। ਮੇਰੀ ਪਤਨੀ ਬੁੱਲ ਟੇਰਦੀ, ਬਾਪੂ ਤਾਂ ਮੋੜ ਘੇੜ ਕੇ ਬੇਬੇ ਦੀ ਗੱਲ ਕਰੋ। ਇਹ ਸੋਚ ਕੇ ਬਹਿਸ ਕਰਨ ਦਾ ਕੋਈ ਲਾਭ ਨਹੀਂ ਹੋਣਾ। ਮੈਂ ਚੁੱਪ ਹੋ ਜਾਂਦਾ। ਹੁਣ ਬਾਪੂ ਨਹੀਂ ਸੀ ਰਿਹਾ। ਘੜੀਆਂ ਪਲਾਂ 'ਚ ਸਾਰੀ ਖੇਡ ਸਮਾਪਤ ਹੋ ਗਈ ਸੀ। ਗੱਲਾਂ ਕਰਦਾ ਕਰਦਾ ਬਾਪੂ ਹਮੇਸ਼ਾ ਲਈ ਸੌਂ ਗਿਆ ਸੀ। ਜ਼ਿੰਦਗੀ 'ਚ ਜਿਸ ਬੰਦੇ ਨੇ ਕਿਸੇ ਨੂੰ ਕੋਈ ਕਸ਼ਟ ਨਹੀਂ ਦਿੱਤਾ, ਮਰਨ ਲੱਗਾ ਵੀ ਪਾਣੀ ਮੰਗੇ ਬਗੈਰ ਚਲਾ ਗਿਆ। ਸਿਰਫ ਉਹਦੇ ਕੁਰ-ਕੁਰ ਕਰਦੇ ਸਾਹ ਦੀ ਆਵਾਜ਼ ਆਈ ਤੇ ਉਹ ਸਿਰਹਾਣੇ 'ਤੇ ਟੇਢਾ ਹੋਇਆ, ਮੂੰਹ ਖੋਲ੍ਹੀ, ਟੁੱਟਵੇਂ ਸਾਹ ਲੈ ਰਿਹਾ ਸੀ। ਉਹਦਾ ਚਿਹਰਾ ਸ਼ਾਂਤ ਤੇ ਢਿੱਲਾ ਸੀ। ਬਾਂਹ ਹੀਂਹ ਤੋਂ ਹੇਠਾਂ ਲਮਕ ਰਹੀ ਸੀ। ਠੰਡੀ ਹੁੰਦੀ ਜਾ ਰਹੀ ਬਾਂਹ ਉੱਪਰ ਕਰਕੇ ਦੌੜ ਕੇ ਮੈਂ ਬਾਹਰ ਆਇਆ ਤੇ ਕੰਧ ਉੱਪਰੋਂ ਨਾਲ ਵਾਲੇ ਘਰ ਆਵਾਜ਼ਾਂ ਮਾਰਨ ਲੱਗਾ। ਗੁਆਂਢੀ ਵਰਮੇ ਦੀ ਪਤਨੀ ਬਾਹਰ ਆਈ ਤੇ ਮੇਰੀ ਹਾਲਤ ਭਾਂਪ ਕੇ ਬੋਲੀ, ਕਿਉਂ, ਸੁੱਖ ਤਾਂ ਹੈ ਭਰਾ ਜੀ? ਮੇਰੀ ਆਵਾਜ਼ ਥਿੜਕ ਰਹੀ ਸੀ। ਲੱਤਾਂ 'ਚ ਕਾਂਬਾ ਛਿੜ ਗਿਆ ਸੀ। ਦਿਲ ਬੇਕਾਬੂ ਹੋ ਕੇ ਧੜਕ ਰਿਹਾ ਸੀ। ਵਰਮਾ ਜੀ ਨੂੰ ਛੇਤੀ ਭੇਜੋ। ਛੇਤੀ ਹੀ ਵਰਮਾ ਆ ਗਿਆ। ਸਾਨੂੰ ਹਸਪਤਾਲ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਹੀ ਨਾ ਪਈ। ਬਾਪੂ ਤਾਂ ਮਿੱਟੀ ਹੋ ਗਿਆ ਸੀ। ਮੈਨੂੰ ਸਾਰਾ ਆਸਾ ਪਾਸਾ ਰੁਕ ਗਿਆ ਜਾਪਿਆ। ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ। ਬਾਪੂ ਦੀ ਨਬਜ਼ ਤੇ ਦਿਲ ਦੀ ਧੜਕਣ ਟੋਹਦਿਆਂ ਵਰਮੇ ਨੇ ਡਾਕਟਰਾਂ ਵਾਂਗ ਕਿਹਾ ਸੀ, ਹੀ ਇਜ਼ ਨੋ ਮੋਰ। ਤੇ ਬਾਪੂ ਦੀ ਪੈਂਦੀ ਪਈ ਚਾਦਰ ਨਾਲ ਉਸ ਦਾ ਸਰੀਰ ਕੱਜ ਦਿੱਤਾ ਸੀ। ਮੈਂ ਵਰਮੇ ਦੇ ਮੋਢੇ ਨਾਲ ਸਿਰ ਲਾ ਕੇ ਰੋਇਆ ਸਾਂ। ਉਹਨੇ ਮੈਨੂੰ ਦਿਲਾਸਾ ਦਿੱਤਾ ਸੀ। ਆਪਣੇ ਹਮਦਰਦ ਵਰਮੇ ਦਾ ਇਸ ਵੇਲੇ ਨੇੜੇ ਹੋਣਾ ਮੇਰੇ ਲਈ ਵੱਡਾ ਆਸਰਾ ਸੀ। ਉਹਦਾ ਨਿੱਘਾ ਹੱਥ ਮੈਨੂੰ ਹੌਸਲਾ ਵੀ ਦੇ ਰਿਹਾ ਸੀ। ਨਾਲ ਦੇ ਨਾਲ 1-2 ਘਰਾਂ ਦੇ ਆਦਮੀ ਵੀ ਆ ਗਏ। ਉਹਨਾਂ ਦੇ ਬੋਲ ਮੇਰੀ ਜੜ ਹੁੰਦੀ ਜਾ ਰਹੀ ਚੇਤਨਾ 'ਤੇ ਟਕੋਰ ਕਰ ਰਹੇ ਸਨ। ਤੁਸੀਂ ਭਾਜੀ ਮੈਨੂੰ ਦੱਸੋ, ਕਿਸੇ ਨੂੰ ਤਾਰ ਦੇਣੀ ਹੈ, ਫੋਨ ਕਰਨਾ ਜਾਂ ਜਾ ਕੇ ਕਹਿਣਾ? ਤਾਂ ਗੁਆਂਢ ਹੈ ਆਖਰ। ਇਹੋ ਜਿਹੇ ਵੇਲੇ ਜੇ ਇੱਕ ਦੂਜੇ ਦੇ ਨਾਂ ਬਣੇ ਤਾਂ ਕੀ ਹੈ? ਵਰਮੇ ਨੂੰ ਮੈਂ ਨੇੜਲੇ ਸੰਬੰਧੀਆਂ ਦੇ ਐਡਰੈਸ ਦਿੱਤੇ। ਆਪਣੀ ਪਤਨੀ ਦੇ ਹਸਪਤਾਲ ਦਾ ਨੰਬਰ ਦਿੱਤਾ। ਤੁਰਦੇ ਨੂੰ ਮੈਂ ਤਗੀਦ ਵਜੋਂ ਕਿਹਾ, ਹਸਪਤਾਲ ਜੇ ਜਸਬੀਰ ਫੋਨ 'ਤੇ ਨਾ ਆਏ ਤਾਂ ਜਿਹੜਾ ਵੀ ਫੋਨ ਅਟੈਂਡ ਕਰੇ
ਉਹਨੂੰ ਕਹਿਣਾ ਕਿ ਜਸਵੀਰ ਨੂੰ ਲੱਭ ਕੇ ਫੌਰਨ ਆਉਣ ਲਈ ਕਹੇ। ਕੋਲ ਆ ਕੇ ਬੈਠੇ 4-5 ਬੰਦੇ ਮੇਰੇ ਦੁੱਖ ਦੇ ਸਾਂਝੀਦਾਰ ਸਨ। ਵਰਮੇ ਦੀ ਗੈਰ ਹਾਜ਼ਰੀ 'ਚ ਉਹਨਾਂ ਦਾ ਹੋਣਾ ਮੇਰੀ ਇਕੱਲ ਨੂੰ ਭਰ ਰਿਹਾ ਸੀ। ਬਾਪੂ ਹੋਰੀ ਬਿਮਾਰ ਸਨ? ਇੱਕ ਪੁੱਛ ਰਿਹਾ ਸੀ। ਕੋਈ ਪਤਾ ਲੱਗਦਾ ਜੀ? ਸਾਹਾਂ ਦੀ ਕੱਚੀ ਤੰਦ ਕਦ ਟੁੱਟ ਜਾਏ। ਬੰਦਾ ਤਾਂ ਐਵੇਂ ਮੇਰੀ ਕਰਦਾ ਫਿਰਦਾ। ਦੂਜੇ ਸੱਜਣ ਨੇ ਡੂੰਘਾ ਸਾਹ ਭਰ ਕੇ ਕਿਹਾ। ਮਾਪਿਆਂ ਦਾ ਬੜਾ ਆਸਰਾ ਹੁੰਦਾ ਜੀ, ਇਹ ਨਹੀਂ ਮੁੜ ਲੱਭਦਾ। ਤੀਜਾ ਬੰਦਾ, ਜੋ ਬੈਂਕ ਮੁਲਾਜ਼ਮ ਸੀ ਤੇ ਜਿਸ ਦੇ ਬਾਰੇ ਮੈਨੂੰ ਪਤਾ ਸੀ ਕਿ ਉਹਦੇ ਮਾਂ-ਬਾਪ ਗੁਜ਼ਰ ਚੁੱਕੇ ਨੇ, ਬੋਲਿਆ। ਪਿਛਲੇ ਸਾਲ ਮੇਰੇ ਸਹੁਰਾ ਸਾਹਿਬ ਵੀ ਇੱਦਾਂ ਹੀ ਬੈਠੇ ਟਹਿ ਪਏ ਸਨ। ਨਾ ਕਿਸੇ ਤੋਂ ਸੇਵਾ ਕਰਾਈ, ਨਾ ਗੱਲ ਨਾ ਬਾਤ। ਬਸ ਮੁੱਕਦੀ ਗੱਲ ਹੈ ਜੀ, ਜਦੋਂ ਆ ਜਾਏ ਉਦੋਂ ਕੌਣ ਰੋਕੇ। ਚੌਥੇ ਨੇ ਕਿਹਾ। ਮੇਰਾ ਰੁਕਿਆ ਹੋਇਆ ਰੋਣ ਫਿਰ ਨਿਕਲ ਗਿਆ। ਕਿੰਨੇ ਚਿਰ ਮੈਂ ਮੰਜੇ ਦੀ ਹੀਂਹ ਨਾਲ ਮੱਥਾ ਲਾਈ ਡੁਸਕਦਾ ਰਿਹਾ। ਅਖੀਰ ਉਹਨਾਂ 'ਚੋਂ ਕਿਸੇ ਨੇ ਮੇਰਾ ਮੋਢਾ ਥਪਕਾਇਆ। ਹੁਣ ਹੌਸਲਾ ਕਰੋ, ਐਂ ਦਿਲ ਨਾ ਛੱਡੋ। ਇਹ ਤਾਂ ਜੋ ਹੋਣਾ ਸੀ ਹੋ ਚੁੱਕਿਆ, ਤੁਸੀਂ ਹੁਣ ਅਗਾਂਹ ਦੀ ਸੋਚੋ, ਦੂਜੇ ਨੇ ਕਿਹਾ। ਸੰਸਕਾਰ ਲਈ ਜੋ ਪ੍ਰਬੰਧ ਕਰਨਾ ਹੈ ਉਹ ਵੀ ਹੁਣ ਕਰੋ, ਇੱਕ ਹੋਰ ਨੇ ਕਿਹਾ। ਮੈਂ ਡੁੱਬਦੇ ਦਿਲ ਨਾਲ ਕਿਹਾ, ਜਿਵੇਂ ਕਰਨਾ ਤੁਸੀਂ ਭਰਾਵਾਂ ਨੇ ਹੀ ਕਰਨਾ, ਮੈਨੂੰ ਤਾਂ ਕੁਝ ਨਹੀਂ ਸੁੱਝ ਰਿਹਾ। ਰਿਸ਼ਤੇਦਾਰਾਂ ਨੂੰ ਉਡੀਕਦਿਆਂ ਤੇ ਹੋਰ ਪ੍ਰਬੰਧ ਕਰਦਿਆਂ 1:30-2 ਤਾਂ ਵੱਜ ਹੀ ਜਾਣਗੇ। ਬੈਂਕ ਮੁਲਾਜ਼ਮ ਕਹਿ ਰਿਹਾ ਸੀ। ਸਾਡੀ ਕਲੋਜ਼ਿੰਗ ਚੱਲ ਰਹੀ ਹੈ, ਮੈਨੂੰ ਜ਼ਰਾ ਬੈਂਕ ਹਾਜ਼ਰੀ ਭਰਨੀ ਪੈਣੀ ਹੈ, ਤਦ ਤੱਕ ਮੈਂ ਪਹੁੰਚ ਜਾਊਂ। ਮੈਂ ਸਿਰ ਹਿਲਾ ਕੇ ਹਾਮੀ ਭਰੀ। ਉਹਨੇ ਰਸਮੀ ਤਰੀਕੇ ਨਾਲ ਹੱਥ ਜੋੜੇ ਤੇ ਉੱਠ ਕੇ ਚਲਾ ਗਿਆ। ਦੂਜੇ ਨੇ ਕਿਹਾ, ਮੈਂ ਰਣਜੀਤ ਐਵੇਨਿਊ ਇੱਕ ਕੋਠੀ ਸ਼ੁਰੂ ਕਰਵਾਈ ਹੋਈ ਹੈ। ਕੰਮ ਸਮਝਾ ਕੇ ਤੇ ਬੰਦਿਆਂ ਨੂੰ ਕੰਮ 'ਤੇ ਲਾ ਕੇ ਮੈਂ ਵੀ ਆਇਆ ਖੜਾ। ਤੇ ਸਹਿਜਤਾ ਨਾਲ ਉੱਠ ਕੇ ਉਹ ਵੀ ਚਲਾ ਗਿਆ। ਮੈਂ ਫੇਰ ਇਕੱਲਾ ਰਹਿ ਗਿਆ। ਚੱਲਦੇ ਪੱਖੇ ਦੀ ਹਵਾ ਨਾਲ ਬਾਪੂ ਦੇ ਉੱਤੇ ਦਿੱਤੀ ਚਾਦਰ ਹਿੱਲਦੀ ਤਾਂ ਮੈਨੂੰ ਲੱਗਦਾ ਜਿਵੇਂ ਬਾਪੂ ਸਾਹ ਲੈ ਰਿਹਾ ਹੋਵੇ। 11 ਕੁ ਵਜੇ ਵਰਮਾ ਕੁਝ ਤਾਰਾਂ, ਟੈਲੀਫੋਨ ਤੇ ਲੋਕਲ ਸੁਨੇਹੇ ਦੇ ਕੇ ਆ ਗਿਆ। ਘੜੀ ਕੁ ਬਹਿ ਕੇ ਕਹਿਣ ਲੱਗਾ, ਮੇਰਾ ਖਿਆਲ ਹੈ ਸੇਵਾ ਸੰਮਤੀ ਵਾਲਿਆਂ ਦੀ ਗੱਡੀ ਮੰਗਵਾ ਲਈਏ। ਸੰਸਕਾਰ ਕਰਨ ਲਈ ਸ਼ਹੀਦਾਂ ਦੇ ਜਾਣਾ ਤਾਂ ਵੀ ਠੀਕ ਹੈ, ਸੀਤਲਾ ਮੰਦਰ ਚੱਲਣਾ ਤਾਂ ਵੀ ਠੀਕ ਹੈ। ਬਾਕੀ ਸਾਰਾ ਸਮਾਨ ਉੱਥੋਂ ਹੀ ਮਿਲ ਜਾਂਦਾ ਹੈ। ਬਾਕੀ ਜਿਵੇਂ ਤੁਸੀਂ ਕਹੋ। ਹੋਰ ਕੋਈ ਸਮੱਸਿਆ ਤਾਂ ਨਹੀਂ? ਨਹੀਂ, ਹੋਰ ਤਾਂ ਕੋਈ ਨਹੀਂ, ਮੈਂ ਕਿਹਾ। ਵੇਖੋ, ਜੇ ਕੋਈ ਕਿਸੇ ਕਿਸਮ ਦੀ ਸਮੱਸਿਆ ਏ ਤਾਂ ਬੇਝਿਜਕ ਦੱਸੋ, ਵਰਮੇ ਨੇ ਦੁਹਰਾਇਆ। ਜੇ ਹੋਵੇਗੀ ਮੈਂ ਤੁਹਾਨੂੰ ਹੀ ਕਹਾਂਗਾ। ਇਸ ਵੇਲੇ ਤਾਂ ਮੈਨੂੰ ਤੁਹਾਡਾ ਹੀ ਆਸਰਾ ਹੈ। ਕੋਈ ਗੱਲ ਹੀ ਨਹੀਂ ਹੈ ਭਾਜੀ, ਹਰ ਤਰ੍ਹਾਂ ਤੁਹਾਡੇ ਨਾਲ ਹਾਂ। ਜੇ ਕਹੋ ਤਾਂ ਮੈਂ ਸੇਵਾ ਸੰਮਤੀ ਦੇ ਦਫ਼ਤਰੋਂ ਵੀ ਹੋ ਆਵਾਂ। ਜਿਵੇਂ ਤੁਸੀਂ ਚਾਹੋ, ਮੈਂ ਕਿਹਾ। ਲਓ ਫਿਰ ਮੈਂ ਗਿਆ ਤੇ ਆਇਆ। ਬਸ ਘੜੀ ਕੁ ਸਕੂਲ ਜਾਣਾ ਹੈ, ਸਾਡੇ ਸੈਮੀਨਾਰ ਜਿਹਾ ਚੱਲ ਰਹੇ ਨੇ। ਊਂ ਤਾਂ ਭਾਵੇਂ ਨਾ ਵੀ ਜਾਈਏ, ਪਰ ਮੈਂ ਸੋਚਿਆ 5-10 ਮਿੰਟ ਮੂੰਹ ਵਿਖਾਲ ਹੀ ਆਵਾਂ। ਜੇ ਕੋਈ ਹੋਰ ਕੰਮ ਹੈ ਤਾਂ ਦੱਸੋ, ਮੈਂ ਆਉਂਦਾ ਕਰੀ ਆਵਾਂ। ਬਸ ਹੋਰ ਤਾਂ ਕੋਈ ਨਹੀਂ। ਵਰਮੇ ਦੇ ਜਾਣ ਤੋਂ ਕੁਝ ਚਿਰ ਬਾਅਦ ਉਹਦੀ ਪਤਨੀ ਚਾਹ ਦੀ ਗਲਾਸੀ ਫੜੀ ਦਾਖਲ ਹੋਈ। ਭਰਾ ਜੀ, ਤੁਹਾਡੇ ਫਾਦਰ ਸਾਹਿਬ ਵੱਲੋਂ ਤਾਂ ਬਹੁਤ ਮਾੜੀ ਗੱਲ ਹੋਈ। ਇਹਨਾਂ ਨੇ ਦੱਸਿਆ ਤਾਂ ਸੱਚੀ ਬੜਾ ਦੁੱਖ ਹੋਇਆ। ਬੜੇ ਚੰਗੇ ਸੀ ਵਿਚਾਰੇ। ਮੈਂ ਸਿਰ ਹਿਲਾਇਆ। ਕੀ ਕੀਤਾ ਜਾ ਸਕਦਾ ਭੈਣ ਜੀ? ਇਹ ਲਓ 2 ਘੁੱਟ ਚਾਹ ਪੀ ਲਓ। ਉਹਨੇ ਮੇਰੇ ਵੱਲ ਗਲਾਸੀ ਵਧਾਈ। ਚਾਹ ਦੀ ਤਾਂ ਉੱਕਾ ਲੋੜ ਨਹੀਂ ਸੀ। ਇਹ ਕਾਹਦੇ ਲਈ ਖੇਚਲ ਕੀਤੀ ਤੁਸੀਂ? ਲਓ, ਖੇਚਲ ਕਾਹਦੀ ਹੈ ਭਰਾ ਜੀ? ਖਾਣਾ ਪੀਣਾ ਤਾਂ ਉਸੇ ਦਾ ਛੁੱਟਦਾ ਜਿਹੜਾ ਤੁਰ ਜਾਂਦਾ। ਜੀਂਦੇ ਜੀ ਤਾਂ ਭਰਾ ਜੀ ਕੁਝ ਨਹੀਂ ਛੁੱਟਦਾ। ਜ਼ਿਆਦਾ ਨਾ ਨੁੱਕਰ ਕੀਤੇ ਬਗੈਰ ਮੈਂ ਗਲਾਸੀ ਫੜ ਲਈ। ਕੁਝ ਚਿਰ ਖਲੋ ਕੇ ਉਹ ਚਲੀ ਗਈ। ਉਹਦੇ ਜਾਣ ਉਪਰੰਤ ਚਾਹ ਦੀ ਗਲਾਸੀ ਮੈਂ ਜਿਉਂ ਦੀ ਤਿਉਂ ਰਸੋਈ ਵਿੱਚ ਜਾ ਰੱਖੀ। ਮੁਹੱਲੇ ਦੀ ਕੋਈ ਜਨਾਨੀ ਜਾਂ ਕੋਈ ਬੰਦਾ ਮੇਰੇ ਨਾਲ ਅਫਸੋਸ ਪ੍ਰਗਟ ਕਰਨ ਲਈ ਆਉਂਦੇ ਰਹੇ। ਔਰਤਾਂ ਤਾਂ ਮੇਰੀ ਪਤਨੀ ਦੇ ਘਰ ਨਾ ਹੋਣ ਕਾਰਨ ਸੰਖੇਪ ਜਿਹੀ ਗੱਲ ਕਰਦੀਆਂ ਤੇ ਚਲੀਆਂ ਜਾਂਦੀਆਂ। ਬੰਦੇ ਕੁਝ ਚਿਰ ਬਹਿੰਦੇ, ਹਿਰਖਦੇ 2-4 ਰਵਾਇਤੀ ਸ਼ਬਦ ਕਹਿੰਦੇ ਤੇ ਆਖਰ ਉਹ ਵੀ ਤੁਰ ਜਾਂਦੇ। 1 ਵਜੇ ਜਸਵੀਰ ਆ ਗਈ। ਉਹਨੇ ਬੜੇ ਸਬਰ ਠਰੰਮੇ ਨਾਲ ਗਿਣਤੀ ਦੇ ਹੰਝੂ ਬਹਾਏ। ਮੈਂ ਚਾਹੁੰਦਾ ਸਾਂ ਉਹ ਬਾਹਰਲੇ ਗੇਟ ਤੋਂ ਧਾਹਾਂ ਮਾਰਦੀ ਆਏ ਤੇ ਆਂਢ ਗੁਆਂਢ ਦੀਆਂ ਔਰਤਾਂ ਇਕੱਠੀਆਂ ਕਰ ਲਏ, ਪਰ ਉਹਨੇ ਕੁਝ ਵੀ ਨਾ ਕੀਤਾ। ਬਸ ਸੰਖੇਪ ਜਿਹੀਆਂ ਪੁੱਛਾਂ, ਜੇ ਰਾਤੀ ਢਿੱਲੇ ਸਨ ਤਾਂ ਫੋਨ ਕਿਉਂ ਨਹੀਂ ਕੀਤਾ? ਡਾਕਟਰ ਵਗੈਰਾ ਕਿਉਂ ਨਾ ਸੱਦਿਆ? ਕਿੰਨੇ ਵਜੇ ਡੈਥ ਹੋਈ? ਕਿਸ ਨੂੰ ਸੁਨੇਹਾ ਭੇਜਿਆ?
ਮੇਰੇ 2 ਦੋਸਤ ਵੀ ਆਏ। ਉਹਨਾਂ ਨਾਲ ਲੱਗ ਕੇ ਮੈਂ ਦਿਲ ਦਾ ਭਾਰ ਹੌਲਾ ਕੀਤਾ। ਕਾਲਜ ਪੜ੍ਹਦੇ ਸਮੇਂ ਤੋਂ ਉਹ ਸਾਡੇ ਪਿੰਡ ਆਉਂਦੇ ਰਹੇ ਸਨ ਅਤੇ ਬਾਪੂ ਤੋਂ ਚੰਗੀ ਤਰ੍ਹਾਂ ਵਾਕਫ ਸਨ। ਉਹਨਾਂ ਮੇਰੇ ਨਾਲ ਬਾਪੂ ਦੀਆਂ ਗੱਲਾਂ ਕੀਤੀਆਂ, ਅਗਾਂਹ ਕੀਤੇ ਜਾਣ ਵਾਲੇ ਕੰਮਾਂ ਵਿੱਚ ਰੁਚੀ ਵਿਖਾਈ। ਮੇਰੇ ਟੁੱਟਦੇ ਖੁੱਸਦੇ ਮਨ ਨੂੰ ਕੁਝ ਢਾਰਸ ਵੱਜੀ। ਉਹਨਾਂ ਦੀ ਆਮਦ ਨਾਲ ਮੈਂ ਕਾਫੀ ਮਾਨਸਿਕ ਸੰਤੁਲਨ 'ਚ ਆ ਗਿਆ ਸਾਂ। ਅਗਾਂਹ ਬਾਰੇ ਵਿਚਾਰ ਨਿਸ਼ਚਿਤ ਕਰਕੇ ਮੈਂ ਉਹਨਾਂ ਨੂੰ ਕਿਹਾ, ਤੁਹਾਨੂੰ ਤਾਂ ਪਤਾ ਹੀ ਹੈ ਬਾਪੂ ਦਾ ਪਿੰਡ ਨਾਲ ਕਿੰਨਾ ਮੋਹ ਸੀ। ਮੇਰਾ ਖਿਆਲ ਹੈ ਬਾਪੂ ਦੀ ਦੇਹ ਪਿੰਡ ਲੈ ਚੱਲੀਏ, ਉੱਥੇ ਹੀ ਸੰਸਕਾਰ ਕਰਨਾ ਠੀਕ ਰਹੂ। ਮਿੱਟੀ ਹੋਏ ਸਰੀਰ ਨੂੰ ਰੋਲਣ ਵਾਲੀ ਗੱਲ ਹੈ, ਇੱਕ ਨੇ ਕਿਹਾ। ਪਰ ਜੇ ਆਪਾਂ ਇਸ ਗੱਲ ਨੂੰ ਵਿਚਾਰੀਏ ਕਿ ਬਾਪੂ ਨੂੰ ਕਿੰਨਾ ਮੋਹ ਸੀ ਪਿੰਡ ਨਾਲ, ਤਾਂ ਇੰਜ ਹੀ ਕਰਨਾ ਠੀਕ ਰਹੂ। ਬਾਪੂ ਦੀ ਮਰਜ਼ੀ ਵੀ ਇਹੋ ਸੀ, ਪਰ ਮੈਨੂੰ ਆਖਣੋਂ ਚੱਕਦਾ ਸੀ। ਮੇਰੀ ਪਤਨੀ ਨੇ ਮੇਰੇ ਦੋਸਤ ਨੂੰ ਕਿਹਾ, ਭਰਾ ਜੀ ਸਮਝਾਓ ਇਹਨਾਂ ਨੂੰ, ਕੋਈ ਮਤਲਬ ਹੈਗਾ ਇਸ ਗੱਲ ਦਾ, ਸਿਵਾਏ ਵਾਧੂ ਦੀ ਸਿਰਦਰਦੀ ਦੇ। ਜੋ ਹੋਣਾ ਸੀ ਉਹ ਤਾਂ ਹੋ ਹੀ ਚੁੱਕਿਆ। ਮੈਂ ਜਵਾਬ ਦੇਣਾ ਚਾਹੁੰਦਾ ਵੀ ਚੁੱਪ ਰਿਹਾ। ਮੇਰੇ ਦੋਸਤ ਨੇ ਵੀ ਚੁੱਪ ਧਾਰ ਲਈ। ਇਹ ਸਮਾਂ ਤਕਰਾਰ ਜਾਂ ਬਹਿਸ ਦਾ ਨਹੀਂ ਸੀ। ਮੈਂ ਮਨ ਨਾਲ ਫੈਸਲਾ ਕਰ ਚੁੱਕਿਆ ਸਾਂ। ਦੂਜਾ ਦੋਸਤ ਗੱਡੀ ਲੈਣ ਚਲਾ ਗਿਆ ਸੀ। ਮੇਰਾ ਗੁਆਂਢੀ ਵਰਮਾ ਵੀ ਆ ਗਿਆ। ਸਾਡਾ ਰੁਝੇਵਾਂ ਵੇਖ ਉਹ ਵੀ ਹੈਰਾਨ ਹੋ ਗਿਆ। ਮੈਂ ਉਹਨੂੰ ਦੱਸਿਆ ਕਿ ਇਉਂ ਅਸੀਂ ਬਾਪੂ ਦੀ ਇੱਛਾ ਅਨੁਸਾਰ ਹੀ ਕਰਨ ਲੱਗੇ ਹਾਂ। ਪਰ ਸਵੇਰੇ ਤਾਂ ਕੋਈ ਗੱਲ ਨਹੀਂ ਹੋਈ। ਮੈਂ ਤਾਂ ਸਗੋਂ ਸੇਵਾ ਸੰਮਤੀ ਵਾਲਿਆਂ ਨੂੰ ਵੈਨ ਵੱਲੋਂ ਵੀ ਕਹਿ ਆਇਆ। ਵਰਮਾ ਨੇ ਕਿਹਾ, ਮੈਂ ਤੁਹਾਨੂੰ ਬੜੀ ਤਕਲੀਫ ਦਿੱਤੀ ਹੈ ਵਰਮਾ ਜੀ, ਹੁਣ ਮੇਰੇ ਵੱਲੋਂ ਉਹਨਾਂ ਤੋਂ ਖਿਮਾ ਮੰਗ ਲੈਣਾ। ਉਹ ਤਾਂ ਕੋਈ ਗੱਲ ਨਹੀਂ, ਮੈਂ ਉਹਨਾਂ ਨੂੰ ਫੋਨ ਕਰ ਦਿਆਂਗਾ। ਮੈਂ ਤਾਂ ਸਗੋਂ ਖੁਦ ਫੀਲ ਕਰ ਰਿਹਾ ਕਿ ਤੁਹਾਨੂੰ ਚੰਗੀ ਤਰ੍ਹਾਂ ਅਟੈਂਡ ਨਹੀਂ ਕਰ ਸਕਿਆ। ਚਲੋ ਠੀਕ ਹੈ, ਜਿਵੇਂ ਤੁਸੀਂ ਸੋਚਿਆ। ਇੰਨੀ ਕੁ ਖੇਚਲ ਹੋਰ ਕਰਨਾ, ਸਾਡਾ ਕੋਈ ਸੰਬੰਧੀ ਆਏ ਤਾਂ ਉਹਨੂੰ ਪਿੰਡ ਪਹੁੰਚਣ ਦੀ ਹਦਾਇਤ ਕਰਨਾ। ਹਾਂ ਹਾਂ ਜ਼ਰੂਰ ਜੀ, ਵਰਮੇ ਨੇ ਵਿਸ਼ਵਾਸ ਦਿਵਾਇਆ। ਮੇਰੀ ਪਤਨੀ ਵਰਮੇ ਦੀ ਪਤਨੀ ਨਾਲ ਮੇਰੇ ਅਤੇ ਮੇਰੇ ਵਿਚਾਰਾਂ ਦੇ ਖਿਲਾਫ ਆਪਣੇ ਮਨ ਦੀ ਭੜਾਸ ਕੱਢ ਰਹੀ ਸੀ। ਮੈਂ ਸਮਾਨ ਸਾਂਭਣ ਅਤੇ ਤੁਰਨ ਦੀ ਤਿਆਰੀ ਕਰਨ ਲਈ ਉਹਨੂੰ ਆਵਾਜ਼ ਦਿੱਤੀ। ਗੱਡੀ ਆਈ ਤਾਂ ਅਸਾਂ ਬਾਪੂ ਦੀ ਦੇਹ ਉਸ ਵਿੱਚ ਟਿਕਾਈ। ਕੁਝ ਹੋਰ ਸਮਾਨ ਵੀ ਰੱਖਿਆ। ਗਲੀ 'ਚ ਖੜ੍ਹੇ ਆਂਢ ਗੁਆਂਢ ਦੇ ਲੋਕ ਇਸ ਦ੍ਰਿਸ਼ ਨੂੰ ਬੜੇ ਗੌਰ ਨਾਲ ਵੇਖ ਰਹੇ ਸਨ। ਮੇਰੇ ਦੋਵੇਂ ਦੋਸਤ, ਮੇਰੀ ਪਤਨੀ ਅਤੇ ਮੈਂ ਬਾਪੂ ਦੀ ਦੇਹ ਨਾਲ ਗੱਡੀ 'ਚ ਸਵਾਰ ਸਾਂ। ਹੁਜਕਿਆਂ ਤੋਂ ਬਚਾਉਣ ਲਈ ਮੈਂ ਬਾਪੂ ਦਾ ਸਿਰ ਆਪਣੇ ਪੱਟਾਂ 'ਤੇ ਰੱਖਿਆ ਹੋਇਆ ਸੀ ਅਤੇ ਇੱਕ ਦੋਸਤ ਨੇ ਲੱਤਾਂ ਨੂੰ ਸਾਂਭਿਆ ਹੋਇਆ ਸੀ। ਚੁੱਪ ਦੇ ਇੱਕ ਸੰਘਣੇ ਜੰਗਲ 'ਚੋਂ ਲੰਘ ਅਸੀਂ ਪਿੰਡ ਦੀਆਂ ਜੂਹਾਂ 'ਚ ਪਹੁੰਚ ਗਏ। ਹਾਲੇ ਪਿੰਡੋਂ ਬਾਹਰ ਫਿਰਨੀ 'ਤੇ ਸਾਂ ਕਿ ਮੈਨੂੰ ਤਾਈ ਕਿਸ਼ਨੀ ਦੱਸ ਪਈ। ਗੱਡੀ ਆਉਂਦੀ ਵੇਖ ਕੇ ਉਹ ਖਲੋ ਗਈ ਅਤੇ ਬੜੀ ਹੈਰਾਨੀ ਨਾਲ ਤੱਕਣ ਲੱਗੀ। ਮੈਂ ਡਰਾਈਵਰ ਨੂੰ ਉਹਦੇ ਕਰੀਬ ਪਹੁੰਚਦਿਆਂ ਰੁਕਣ ਲਈ ਕਿਹਾ। ਤਾਈ ਦਾ ਤਾਂ ਮੈਨੂੰ ਦੇਖ ਕੇ ਤਰਾਹ ਹੀ ਨਿਕਲ ਗਿਆ। ਵੇਖਦਿਆਂ ਹੀ ਗੱਲ ਜਿਵੇਂ ਉਹ ਸਮਝ ਗਈ। ਬੇ ਸੁੱਖ ਤਾਂ ਹੈ, ਉਹ ਘਬਰਾਈ ਅਤੇ ਰੋਣ ਹਾਕੀ ਆਵਾਜ਼ 'ਚ ਬੋਲੀ। ਬਾਪੂ ਗੁਜ਼ਰ ਗਿਆ ਤਾਈ, ਆਂਦਾ ਸੀ ਮੇਰਾ ਪਿੰਡ ਜਾ ਕੇ ਹੀ ਸੰਸਕਾਰ ਕਰੀ। ਕਹਿੰਦਿਆਂ ਮੇਰਾ ਰੋਣ ਛੁੱਟ ਗਿਆ। ਤਾਈ ਦੁਹੱਥੜੀ ਪਿੱਟਣ ਲੱਗੀ ਅਤੇ ਉੱਚੀ ਉੱਚੀ ਵੈਣ ਪਾਉਣ ਲੱਗ ਪਈ। ਵੇ ਤੂੰ ਤੁਰ ਗਿਓ ਅਦਵਾਟਿਓ, ਆਪਣੇ ਭਾਈਆਂ ਦਿਆ ਵੀਰਾ, ਤੈਨੂੰ ਕਿੱਥੋਂ ਮੋੜ ਲਿਆਵਾਂ ਵੇ ਮੇਰੇ ਕੜੀ ਵਰਗਿਆ ਦਿਓਰਾ, ਤੈਨੂੰ ਸੁੱਖ ਭੋਗਣਾ ਨਾ ਮਿਲਿਆ ਵੇ ਮਹਿਲਾਂ ਵਾਲਿਆ। ਤਾਈ ਦੀਆਂ ਲੇਰਾਂ ਨੇ ਸਾਰਾ ਆਸਾ ਪਾਸਾ ਰਵਾ ਦਿੱਤਾ। ਸਾਡਾ ਰੋਣਾ ਵੀ ਤੇਜ਼ ਹੋ ਗਿਆ। ਬਾਹਰ ਲੱਗਦੀ ਠੱਠੀ 'ਚੋਂ ਔਰਤਾਂ ਸਿਰਾਂ 'ਤੇ ਚਿੱਟੇ ਦੁਪੱਟੇ ਲੈ ਕੇ ਕਦੋਂ ਆ ਪ੍ਰਗਟ ਹੋਈਆਂ, ਪਤਾ ਹੀ ਨਾ ਲੱਗਾ। ਪਿੰਡ ਦੇ ਮਰਦ ਮੇਰੇ ਗਲ ਲੱਗ ਲੱਗ ਧਾਹਾਂ ਮਾਰ ਰਹੇ ਸਨ। ਪਤਾ ਨਹੀਂ ਕਿਸ ਘਰੋਂ ਮੰਜਾ ਆਇਆ ਅਤੇ ਕਿਹਨਾਂ ਦੀ ਮਦਦ ਨਾਲ ਬਾਪੂ ਦੀ ਦੇਹ ਉਸ 'ਤੇ ਟਿਕਾਈ ਗਈ। ਇੰਨਾ ਹੀ ਵੇਖਿਆ ਕਿ ਫਿਰਨੀ ਤੋਂ ਘਰ ਤੱਕ ਬਾਪੂ ਦੀ ਦੇਹ ਨਾਲ ਇੱਕ ਹਜੂਮ ਜਾ ਰਿਹਾ ਸੀ। ਘਰ ਦਾ ਸਾਰਾ ਵਿਹੜਾ ਪਿੰਡ ਦੇ ਇਸ ਚਹੇਤੇ ਮਿਸਤਰੀ ਲਈ ਭਰਿਆ ਪਿਆ ਸੀ। ਇੱਕ ਜਾਣੀ ਪਛਾਣੀ ਭੀੜ ਸੀ, ਜਾਣੀਆਂ ਪਛਾਣੀਆਂ ਆਵਾਜ਼ਾਂ ਸਨ। ਪਿੰਡ ਦੇ ਬਜ਼ੁਰਗਾਂ, ਮੋਹਤਵਰਾਂ, ਪੰਚਾਂ, ਸਰਪੰਚਾਂ ਅਤੇ ਬਾਪੂ ਦੇ ਹੋਰ ਸੰਗੀਆਂ ਸਾਥੀਆਂ 'ਚ ਘਿਰਿਆ ਮੈਂ ਖਲੋਤਾ ਸਾਂ। ਉਹਨਾਂ ਦੇ ਦੁੱਖ ਵਿੱਚ ਸ਼ਰੀਕ, ਉਹਨਾਂ ਨਾਲ ਹਰ ਦਿਲ ਅਜ਼ੀਜ਼ ਮਿਸਤਰੀ ਸੱਜਣ ਸਿੰਘ ਦੇ ਚਲੇ ਜਾਣ ਦੀਆਂ ਗੱਲਾਂ ਕਰਦਾ।
ਉਹਦੀ ਨੇਕ ਨੀਅਤ, ਸਿਰੜ ਤੇ ਸਖਤ ਮਿਹਨਤ ਦੀਆਂ, ਉਹਦੇ ਪਿੰਡ ਦੇ ਸਾਂਝੇ ਵਿਅਕਤੀ ਹੋਣ ਦੀਆਂ। ਇਸ ਸਾਂਝੇ ਵਿਅਕਤੀ ਦੀ ਮ੍ਰਿਤਕ ਦੇਹ ਉਹਦੇ ਆਪਣਿਆਂ ਵਿੱਚ ਖਾਮੋਸ਼ ਪਈ ਸੀ ਤੇ ਮੈਂ ਉਸ ਨੂੰ ਉਸ ਦੇ ਵਾਰਸਾਂ ਨੂੰ ਸੌਂਪ ਜਿਵੇਂ ਸੁਰਖਰੂ ਹੋ ਗਿਆ ਸਾਂ। ਸ਼ੁਕਰੀਆ ਦੋਸਤੋ।